ममता जी, आपके राज्य में बंगाल में क्या हो रहा है? एक महिला डॉक्टर के साथ बलात्कार किया गया, दरिंदगी की हद कर दी गई। जो बंगाल में हो रहा है वो सरकारी आतंक का खौफनाक सच है। बंद करो ये अत्याचार। महिला मुख्यमंत्री के राज्य में जिस तरह से एक ट्रेनी डॉक्टर का रेप होता है, फिर मर्डर होता है, उसके शरीर में इंजरीज के निशान हैं, इतने जख्म हैं, लेकिन ममता बनर्जी चुप रहती हैं। सारी की सारी महिलाएं सांसद चुप रहती हैं, पूरा इंडी अलायंस चुप रहता है, डिम्पल यादव भी चुप रहती हैं, जया बच्चन भी चुप रहती हैं और प्रियंका गांधी भी चुप रहती हैं। पश्चिम बंगाल में ममता दीदी के सरकार के तहत न मां, न माटी, न मानुष सुरक्षित है। नमस्कार, ਤੁਸੀਂ ਦੇਖ ਰਹੇ ਹੋ ਰਿਤਮ ਪੰਜਾਬੀ। ਮੈਂ ਹਾਂ ਤੇਜਸਵਨੀ ਰਾਏ। ਕੋਲਕਾਤਾ ਦੇ ਮੈਡੀਕਲ ਕਾਲਜ 'ਚ 9 ਅਗਸਤ ਨੂੰ ਸਵੇਰੇ ਇੱਕ ਟ੍ਰੇਨੀ ਮਹਿਲਾ ਡਾਕਟਰ ਦੀ ਲਾਸ਼ ਮਿਲੀ। ਇਲਜ਼ਾਮ ਲੱਗੇ ਕਿ ਉਸ ਲੇਡੀ ਡਾਕਟਰ ਦਾ ਰੇਪ ਕਰਨ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ ਗਈ। ਹੁਣ ਇਸ ਮਾਮਲੇ 'ਚ ਪੁਲਿਸ ਨੇ ਮੁੱਖ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਹੈ, ਉਹ ਵੀ ਇੱਕ ਬਲੂਟੁੱਥ ਹੈਡਫੋਨ ਦੇ ਜ਼ਰੀਏ। ਮੀਡੀਆ ਰਿਪੋਰਟਾਂ ਮੁਤਾਬਕ ਆਰੋਪੀ ਦੀ ਪਹਿਚਾਣ ਸੰਜੇ ਰੋਏ ਵਜੋਂ ਹੋਈ ਹੈ। ਜਾਂਚ ਦੇ ਦੌਰਾਨ ਸੀਸੀਟੀਵੀ ਫੁਟੇਜ ਦੇਖੇ ਗਏ ਤਾਂ ਉਸ ਵਿੱਚ ਵੀ ਸੰਜੇ ਹੱਤਿਆ ਵਾਲੀ ਥਾਂ ਦੇ ਆਲੇ ਦੁਆਲੇ ਘੁੰਮ ਰਿਹਾ ਸੀ। ਰਿਪੋਰਟਾਂ ਮੁਤਾਬਕ ਆਰੋਪੀ ਪੇਸ਼ੇ ਤੋਂ ਸਿਵਲ ਪੁਲਿਸ ਵਾਲੰਟੀਅਰ ਦੱਸਿਆ ਜਾ ਰਿਹਾ ਹੈ, ਭਾਵ ਨਾਗਰਿਕ ਪੁਲਿਸ ਸਵੈਮ ਸੇਵਕ। ਦੱਸ ਦਈਏ ਕਿ ਨਾਗਰਿਕ ਪੁਲਿਸ ਸਵੈਮ ਸੇਵਕ ਨੂੰ ਹੇਠਲੇ ਪੱਧਰ ਦੇ ਪੁਲਿਸ ਅਧਿਕਾਰੀਆਂ ਦੀ ਮਦਦ ਲਈ ਤਾਇਨਾਤ ਕੀਤਾ ਜਾਂਦਾ ਹੈ, ਉਦੋਂ ਜਦ ਅਧਿਕਾਰੀ ਹਸਪਤਾਲ ਵਿੱਚ ਭਰਤੀ ਹੁੰਦਾ ਹੈ। ਖਬਰਾਂ ਇਹ ਵੀ ਨੇ ਕਿ ਸੰਜੇ ਰੋਏ 4 ਵਿਆਹ ਕਰ ਚੁੱਕਿਆ ਹੈ, ਜਿਸ 'ਚ ਉਸ ਦੀਆਂ 3 ਪਤਨੀਆਂ ਉਸ ਦੇ ਮਾੜੇ ਵਤੀਰੇ ਕਰਕੇ ਉਸ ਨੂੰ ਪਹਿਲਾਂ ਹੀ ਛੱਡ ਕੇ ਜਾ ਚੁੱਕੀਆਂ ਨੇ, ਜਦਕਿ ਚੌਥੀ ਪਤਨੀ ਦੀ ਪਿਛਲੇ ਸਾਲ ਕੈਂਸਰ ਨਾਲ ਮੌਤ ਹੋ ਗਈ ਸੀ। ਸੂਤਰਾਂ ਮੁਤਾਬਕ ਸੰਜੇ ਦੇ ਗੁਆਂਢੀ ਨੇ ਦੱਸਿਆ ਕਿ ਉਹ ਹਰ ਰੋਜ਼ ਦੇਰ ਰਾਤ ਘਰ ਆਇਆ ਕਰਦਾ ਸੀ ਅਤੇ ਜ਼ਿਆਦਾਤਰ ਨਸ਼ੇ ਵਿੱਚ ਹੀ ਧੁੱਤ ਰਹਿੰਦਾ ਸੀ। ਪੱਤਰਕਾਰਾਂ ਨਾਲ ਗੱਲ ਕਰਦਿਆਂ ਕਥਿਤ ਆਰੋਪੀ ਦੀ ਸੱਸ ਦੁਰਗਾ ਦੇਵੀ ਨੇ ਦੱਸਿਆ ਕਿ ਔਰਤਾਂ ਦੇ ਪ੍ਰਤੀ ਉਸ ਦਾ ਰਵੱਈਆ ਪਹਿਲਾਂ ਤੋਂ ਹੀ ਹਿੰਸਾਤਮਕ ਹੈ। ਉਹਨਾਂ ਦੀ ਬੇਟੀ ਨਾਲ ਵਿਆਹ ਕਰਨ ਲਈ ਸੰਜੇ ਨੇ ਆਪਣੇ 3 ਵਿਆਹ ਦੀ ਗੱਲ ਉਸ ਤੋਂ ਲੁਕੋਈ ਸੀ। ਬਾਕੀ ਪੁਲਿਸ ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਜਾਂਚ ਦੌਰਾਨ ਉਸ ਦੇ ਮੋਬਾਈਲ ਫੋਨ 'ਚੋਂ ਕਈ ਅਸ਼ਲੀਲ ਵੀਡੀਓਜ਼ ਬਰਾਮਦ ਹੋਈਆਂ ਨੇ। ਉਸ ਦਾ ਫੋਨ ਅਸ਼ਲੀਲ ਵੀਡੀਓਜ਼ ਨਾਲ ਭਰਿਆ ਹੋਇਆ ਸੀ। ਤੁਹਾਨੂੰ ਦੱਸ ਦਈਏ ਕਿ 9 ਅਗਸਤ ਦੀ ਸਵੇਰੇ ਕੋਲਕਾਤਾ ਵਿੱਚ ਸਰਕਾਰੀ ਆਰਜੀਕਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸੈਮੀਨਾਰ ਹਾਲ 'ਚ ਇੱਕ ਮਹਿਲਾ ਡਾਕਟਰ ਦੀ ਅੱਧੇ ਅਧੂਰੇ ਕੱਪੜਿਆਂ ਨਾਲ ਲਾਸ਼ ਮਿਲੀ ਸੀ। ਮ੍ਰਿਤਕਾ ਚੈਸਟ ਮੈਡੀਸਿਨ ਡਿਪਾਰਟਮੈਂਟ ਵਿੱਚ ਪੋਸਟ ਗ੍ਰੈਜੂਏਟ ਟ੍ਰੇਨੀ ਡਾਕਟਰ ਦੇ ਵਜੋਂ ਕੰਮ ਕਰ ਰਹੀ ਸੀ। ਹਸਪਤਾਲ ਵਿੱਚ ਡਿਊਟੀ ਦੇ ਦੌਰਾਨ ਹੀ ਮਹਿਲਾ ਦੀ ਹੱਤਿਆ ਕਰ ਦਿੱਤੀ ਗਈ। ਸ਼ੁਰੂਆਤੀ ਆਟੋਪਸੀ ਰਿਪੋਰਟ ਵਿੱਚ ਇਹ ਵੀ ਪਤਾ ਲੱਗਾ ਕਿ ਮਹਿਲਾ ਡਾਕਟਰ ਦੇ ਸਰੀਰ ਦੇ ਕਈ ਹਿੱਸਿਆਂ ਤੇ ਸੱਟਾਂ ਦੇ ਨਿਸ਼ਾਨ ਪਾਏ ਗਏ ਨੇ। ਉਸ ਦੀਆਂ ਅੱਖਾਂ ਤੇ ਮੂੰਹ ਤੋਂ ਖੂਨ ਵਹਿ ਰਿਹਾ ਸੀ। ਉਸ ਦੇ ਚਿਹਰੇ ਤੇ 9 ਦੇ ਨਿਸ਼ਾਨ ਸਨ। ਪੀੜਤਾ ਦੇ ਗੁਪਤ ਅੰਗਾਂ ਤੋਂ ਵੀ ਖੂਨ ਵਹਿ ਰਿਹਾ ਸੀ। ਉਸ ਦੇ ਪੇਟ, ਖੱਬੀ ਲੱਤ, ਗਰਦਨ, ਸੱਜੇ ਹੱਥ ਤੇ ਛੋਟੀ ਉਂਗਲੀ ਅਤੇ ਬੁੱਲਾਂ ਤੇ ਵੀ ਸੱਟਾਂ ਲੱਗੀਆਂ ਹੋਈਆਂ ਸਨ। ਕੋਲਕਾਤਾ ਪੁਲਿਸ ਅਧਿਕਾਰੀ ਮੁਤਾਬਕ ਇਹ ਘਟਨਾ ਸ਼ੁੱਕਰਵਾਰ ਤੜਕੇ 3 ਤੋਂ 6 ਵਜੇ ਦਰਮਿਆਨ ਵਾਪਰੀ। ਪੁਲਿਸ ਮੁਤਾਬਕ ਪੀੜਤਾ ਦੀ ਲਾਸ਼ ਅਰਧ-ਨੰਗਨ ਹਾਲਤ 'ਚ ਬਰਾਮਦ ਹੋਈ ਸੀ। ਉਸ ਦੀ ਗਰਦਨ ਦੀ ਹੱਡੀ ਵੀ ਟੁੱਟੀ ਹੋਈ ਮਿਲੀ। ਅਜਿਹਾ ਲੱਗਦਾ ਹੈ ਕਿ ਪੀੜਤਾ ਨਾਲ ਪਹਿਲਾਂ ਬਲਾਤਕਾਰ ਕੀਤਾ ਗਿਆ ਤੇ ਫਿਰ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਖਬਰ ਹੈ ਕਿ ਪੁਲਿਸ ਨੂੰ ਜਾਂਚ ਦੇ ਦੌਰਾਨ ਘਟਨਾ ਵਾਲੀ ਥਾਂ ਤੋਂ ਇਕੱਠੇ ਕੀਤੇ ਗਏ ਸਬੂਤਾਂ ਵਿੱਚ ਇੱਕ ਬਲੂਟੁੱਥ ਹੈਡਫੋਨ ਮਿਲਿਆ ਸੀ। ਪੁਲਿਸ ਨੇ ਸਾਰੇ ਸ਼ੱਕੀ ਵਿਅਕਤੀਆਂ ਦੇ ਫੋਨ ਜ਼ਬਤ ਕਰ ਲਏ ਅਤੇ ਜਦੋਂ ਬਲੂਟੁੱਥ ਡਿਵਾਈਸ ਨੂੰ ਉਹਨਾਂ ਨਾਲ ਕਨੈਕਟ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੂੰ ਔਨ ਕੀਤਾ ਗਿਆ ਤਾਂ ਸੰਜੇ ਰੋਏ ਦੇ ਫੋਨ ਨਾਲ ਇਹ ਬਲੂਟੁੱਥ ਆਪਣੇ ਆਪ ਕਨੈਕਟ ਹੋ ਗਿਆ। ਸਖਤੀ ਨਾਲ ਪੁੱਛਗਿੱਛ ਕਰਨ ਤੋਂ ਬਾਅਦ ਸੰਜੇ ਨੇ ਆਪਣਾ ਅਪਰਾਧ ਕਬੂਲ ਕਰ ਲਿਆ। ਹੁਣ ਪੁਲਿਸ ਇਹ ਪਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਅਪਰਾਧ ਵਿੱਚ ਸੰਜੇ ਦੇ ਨਾਲ ਕੋਈ ਹੋਰ ਵੀ ਸ਼ਾਮਲ ਸੀ। ਇਸ ਮਾਮਲੇ ਨੂੰ ਲੈ ਕੇ ਸਿਆਸਤਦਾਨਾਂ ਨੇ ਮਮਤਾ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿੱਚ ਖੜਾ ਕਰ ਦਿੱਤਾ ਹੈ। ਭਾਜਪਾ ਦੇ ਆਗੂ ਰਵੀ ਸ਼ੰਕਰ ਨੇ ਕਿਹਾ ਕਿ ਮਮਤਾ ਜੀ, ਤੁਹਾਡੇ ਸ਼ਾਸਨ ਵਿੱਚ ਬੰਗਾਲ ਵਿੱਚ ਕੀ ਹੋ ਰਿਹਾ ਹੈ? ਮਹਿਲਾ ਡਾਕਟਰ ਨਾਲ ਬਲਾਤਕਾਰ ਹੋਇਆ, ਬੇਰਹਿਮੀ ਦੀ ਹੱਦ ਪਾਰ ਕਰ ਦਿੱਤੀ ਗਈ। ਕਿ ਇਸ ਦੀ ਨਿਰਪੱਖ ਜਾਂਚ ਹੋਵੇਗੀ? ਅੱਜ ਦੇਸ਼ ਭਰ ਦੇ ਡਾਕਟਰ ਹੜਤਾਲ ਤੇ ਨੇ। ममता जी, आपके राज्य में बंगाल में क्या हो रहा है? एक महिला डॉक्टर के साथ बलात्कार किया गया, दरिंदगी की हद कर दी गई। और वहां क्या फेयर इन्वेस्टिगेशन होगा क्या? आज मेरे पास सब है कि जो कमेटी बने उसमें साइकियाट्रिस्ट भी हैं,
वहाँ के डॉक्टर कह रहे हैं कि वो रात में आराम करने क्यों गई थी ऊपर में, तो 2 बजे अगर किसी का शिफ्ट खत्म होगा तो जाएंगे नहीं क्या? हमारा आरोप है कि कुछ टीएमसी के समर्थकों को भी डाल दिया गया है उस कमेटी में, और किसी को पकड़ करके खड़ा किया गया है, वो एनजीओ एक्टिविस्ट है। और एक खबर भी चलाई जा रही है, मैंने पढ़ा अखबार में कि उसने 4 शादियां की, 3 डाइवोर्स हो गया, एक। क्या मतलब है? इतने गंभीर, आज देश भर के डॉक्टर आज धरने पर हैं, और वहां तो सारी महिला डॉक्टर, बाकी लोग सड़कों पर हैं। ममता जी, आपकी सरकार में तो विपक्ष को जो होता है हम जानते ही हैं, चुनाव में तो होता है जानते ही हैं। मैं कई बार आपसे बात कर चुका हूं। क्या वहां की डॉक्टर बेटियों के साथ बदसलूकी पर भी ये कहा जाएगा? हा? जो बंगाल में हो रहा है वो सरकारी आतंक का खौफनाक सच है। महिला मुख्यमंत्री के राज्य में जिस तरह से एक ट्रेनी डॉक्टर का रेप होता है, फिर मर्डर होता है, उसके शरीर में इंजरीज के निशान हैं, इतने जख्म हैं, लेकिन ममता बनर्जी चुप रहती हैं। सारी की सारी महिलाएं सांसद चुप रहती हैं, पूरा इंडिया अलायंस चुप रहता है, डिम्पल यादव भी चुप रहती हैं, जया बच्चन भी चुप रहती हैं, और प्रियंका गांधी भी चुप रहती हैं। और तो और उस लड़की के बारे में, उस बच्ची के बारे में इतनी गंदी बातें कही जा रही हैं। कहा जा रहा है कि उसकी पता नहीं कितनी शादियां थी, उसके पता नहीं कितने अफेयर्स थे, यानी कि वो जो बच्ची मर गई है उसका चरित्र का पूरी तरह से हनन कर रहे हैं। आप पूरी तरह से उसको डिफेम कर रहे हैं। बजाय ये कि आप रेपिस्ट की बात करें, बजाय ये कि आप इस इंस्टीट्यूशन को पर सवालिया निशान खड़ा करें और प्रबंधन को जेल में डालें, आप उस लड़की के बारे में भद्दी बातें कर रहे हैं। पूरा इंडिया अलायंस चुप है। ना सिर्फ ये, आप सबको याद होगा जब अवधेश प्रसाद के निजी मित्र मोहित खान पर इतने संगीन इल्जाम एक 12 साल की बच्ची के साथ रेप के लगे, तो अखिलेश यादव जी ने क्या कहा? हम इस पर कैसे यकीन करें? इसमें तो डीएनए टेस्ट होना होगा, पैटर्निटी टेस्ट होगा, यानी कि हर तरह से आप जो रेपिस्ट है उसके साथ खड़े हैं, जो विक्टिम है उसके साथ नहीं। उसके वो 12 साल की बच्ची और उसके माँ बाप का बयान पर पूरी तरह से उसको निगेट कर रहे हैं, झुटला रहे हैं। इससे ज्यादा शर्म की बात और नहीं हो सकती। पूरा इंडिया अलायंस को इसके लिए न सिर्फ जवाब देना होगा पर माफी मांगनी होगी। जब महिला अधिकारों की बात होती है, रेप की बात होती है, बलात्कार जैसे संगीन मामले होते हैं या हत्या की बात होती है, तो आप राज्य देखकर किसका शासन है वहां पे, तब आप अपना मुंह खोलते हैं। जब आपके राज्यों में ये होता है, इंडिया अलायंस की कोई भी महिला सांसद मुख्यमंत्री के साथ साथ अपनी जबान नहीं खोलती। पश्चिम बंगाल में ममता दीदी के सरकार के तहत न मां, न माटी, न मानुष सुरक्षित है। जिस प्रकार से एक शव बरामद हुआ है एक महिला जूनियर डॉक्टर का एक सरकारी अस्पताल में, वो भी सेमिनार हॉल में उनकी ड्यूटी के बाद, आरजी कर मेडिकल कॉलेज में, उसमें पता चलता है कि उनके साथ बलात्कार और फिर उनकी हत्या की गई है। परिवार का भी यही कहना है, जो रिपोर्ट सामने आई है उससे भी यही प्रतीत होता है। परंतु सवाल ये पूछा जाएगा कि पश्चिम बंगाल में ममता बनर्जी होम मिनिस्टर भी है, हेल्थ मिनिस्टर भी है, और उधर अगर एक महिला डॉक्टर, एक जूनियर डॉक्टर जो ड्यूटी पर है, अस्पताल में ही सुरक्षित नहीं है, तो संदेश खाली में उनकी क्या स्थिति होगी। अब सरकार जो है लीपापोती करना चाह रही है। एक इंक्वायरी कमेटी बनाई है जिसमें कि जांच के लिए इंटर्न्स को रखा गया और ऐसे लोगों को रखा गया जो टीएमसी के करीब है, मतलब मामले को दबाने की पूरी कोशिश की जा रही है। अब जो पूरी डॉक्टर और मेडिकल फ्रेटर्निटी है वो भी इसका विरोध कर रही है और सीबीआई जांच की मांग कर रही है। क्या परिवार और जो पीड़ित है उनके अधिकार के लिए क्या सीबीआई की जांच पर राजी और स्वीकार होगी सरकार? परंतु सवाल ये पैदा होता है कि पश्चिम बंगाल में ये माहौल, ये जो कानून व्यवस्था है वो इतनी बिगड़ी क्यों है? ये इसलिए बिगड़ी है क्योंकि वोट बैंक की राजनीति के चलते ममता बनर्जी महिलाओं के साथ नहीं, पीड़ितों के साथ नहीं, संदेश खाली की पीड़ितों के साथ नहीं, शाहजहां के साथ उनकी सरकार खड़ी हो जाती है। उनकी सरकार जो उत्तर दिनाजपुर में महिलाओं को पीटा जाता उनके साथ नहीं खड़ी होती, ताजमुल के साथ खड़ी हो जाती है। और इसीलिए जब मां माटी मानुष नहीं बल्कि बलात्कारी बचाओ, भ्रष्टाचारी बचाओ और बम ब्लास्ट करने वाला बचाओ, ये आइडियोलॉजी होगी,
ममता बनर्जी की सरकार की, तो तब तक महिला असुरक्षित रहेंगी। कानून व्यवस्था पूर्ण तरीके से ध्वस्त हो चुकी है पश्चिम बंगाल। ਇਸ ਮਾਮਲੇ ਨੂੰ ਲੈ ਕੇ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਵੀ ਬਿਆਨ ਸਾਹਮਣੇ ਆਇਆ। ਉਹਨਾਂ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਆਰੋਪੀਆਂ ਲਈ ਮੌਤ ਦੀ ਸਜ਼ਾ ਦੀ ਮੰਗ ਕਰੇਗੀ। ਉਹਨਾਂ ਅਧਿਕਾਰੀਆਂ ਨੂੰ ਕਿਹਾ ਕਿ ਇਸ ਮਾਮਲੇ ਦੀ ਸੁਣਵਾਈ ਫਾਸਟ ਟਰੈਕ ਕੋਰਟ ਵਿੱਚ ਕੀਤੀ ਜਾਵੇ। ਪਰ ਤੁਹਾਨੂੰ ਦੱਸ ਦਈਏ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਬੰਗਾਲ ਵਿੱਚ ਕਿਸੇ ਔਰਤ ਨਾਲ ਇਸ ਤਰ੍ਹਾਂ ਦਾ ਕੁਕਰਮ ਹੋਇਆ ਹੋਵੇ। ਇਸ ਤਰ੍ਹਾਂ ਪਹਿਲਾਂ ਵੀ ਹੋ ਚੁੱਕਿਆ ਹੈ। ਸੰਦੇਸ਼ ਖਾਲੀ ਦੀ ਘਟਨਾ ਤਾਂ ਤੁਹਾਨੂੰ ਯਾਦ ਹੀ ਹੋਵੇਗੀ ਜਦੋਂ ਸੈਂਕੜੇ ਔਰਤਾਂ ਦਾ ਬਲਾਤਕਾਰ ਕੀਤਾ ਗਿਆ ਸੀ। ਉਸ ਮਾਮਲੇ ਵਿੱਚ ਵੀ ਮਮਤਾ ਸਰਕਾਰ ਨੇ ਕਿਹਾ ਸੀ ਅਸੀਂ ਨਿਆਂ ਦਿਵਾਵਾਂਗੇ। ਫਿਰ ਕੀ ਹੋਇਆ ਉਹ ਤਾਂ ਅਸੀਂ ਸਾਰੇ ਜਾਣਦੇ ਹੀ ਹਾਂ। ਦੱਸ ਦਈਏ ਕਿ ਕੋਲਕਾਤਾ ਦੇ ਆਰਜੀਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਇੱਕ ਜੂਨੀਅਰ ਡਾਕਟਰ ਨਾਲ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ਨੇ ਜ਼ੋਰ ਫੜ ਲਿਆ। ਫੈਡਰੇਸ਼ਨ ਆਫ ਰੈਜ਼ੀਡੈਂਟ ਡਾਕਟਰਸ ਐਸੋਸੀਏਸ਼ਨ ਨੇ ਨਿਆਂ ਤੇ ਸੁਰੱਖਿਆ ਦੀ ਮੰਗ ਨੂੰ ਲੈ ਕੇ ਸੋਮਵਾਰ ਨੂੰ ਹੜਤਾਲ ਦਾ ਸੱਦਾ ਦਿੱਤਾ ਹੈ। ਇਸ ਦੇ ਨਾਲ ਹੀ ਜਥੇਬੰਦੀ ਨੇ 5 ਨੁਕਾਤੀ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਕੰਮਕਾਜ ਦਾ ਬਾਈਕਾਟ ਕਰਨ ਦੀ ਧਮਕੀ ਵੀ ਦਿੱਤੀ ਹੈ। ਦੂਜੇ ਪਾਸੇ ਜੂਨੀਅਰ ਡਾਕਟਰ ਦੀ ਹੱਤਿਆ ਦੇ ਖਿਲਾਫ ਕੋਲਕਾਤਾ ਵਿੱਚ ਪਿਛਲੇ 3 ਦਿਨਾਂ ਤੋਂ ਹੰਗਾਮਾ ਹੋ ਰਿਹਾ ਹੈ। ਜੂਨੀਅਰ ਡਾਕਟਰ ਲਗਾਤਾਰ ਰੋਸ ਪ੍ਰਦਰਸ਼ਨ ਕਰ ਰਹੇ ਨੇ ਅਤੇ ਕੰਮ ਦਾ ਬਾਈਕਾਟ ਕਰ ਰਹੇ ਨੇ। ਇਸ ਕਾਰਨ ਸੂਬੇ ਦੀ ਸਿਹਤ ਵਿਵਸਥਾ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਭਾਵੇਂ ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਸਿਵਿਕ ਵਾਲੰਟੀਅਰ ਨੂੰ ਗ੍ਰਿਫਤਾਰ ਕਰ ਲਿਆ ਹੈ, ਪਰ ਅੰਦੋਲਨਕਾਰੀ ਕਾਰਵਾਈ ਅਤੇ ਸੁਰੱਖਿਆ ਦੀ ਮੰਗ ਨੂੰ ਲੈ ਕੇ ਅੰਦੋਲਨ ਤੇ ਅੜੇ ਹੋਏ ਨੇ ਅਤੇ ਇਸ ਨੂੰ ਲੈ ਕੇ ਪੂਰੇ ਦੇਸ਼ ਭਰ ਦੇ ਹਸਪਤਾਲਾਂ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। इट्स अ fearful सिनेरियो। सिर्फ लड़कियां ही नहीं, मेल डॉक्टर्स भी इससे काफी प्रभावित हुए हैं एंड इट्स अ मेजर मेंटल सेटबैक ऑन एवरीबॉडी बिकॉज नाइट ड्यूटीज कोई अनकॉमन चीज नहीं है। एट अ स्ट्रेच 36 आवर्स की ड्यूटी कोई डॉक्टर करके 5 मिनट की रेस्ट लेने जा रहे हैं और उसके साथ कुछ ऐसा इंसिडेंस हो रहा है, इट्स हॉरेंडस। इट हैज टू बी कंडेम्ड एंड इट हैज टू बी फेयरली इन्वेस्टिगेटेड एंड हर जगह डॉक्टर्स की सेफ्टी सिक्योरिटी अगर इंश्योर्ड होगी तो ऐसे इंसिडेंसेस से रुका जा सकता है। हम एमबीबीएस करते करते एस्पायर करते हैं कि हम डॉक्टर बनेंगे, लेकिन ये इंसिडेंट सुनकर हम सबके रोंगटे खड़े हो गए हैं कि एक दिन हम भी डॉक्टर होंगे जब हमें 36 घंटे की ड्यूटी करनी होगी और 5 मिनट के रेस्ट से अगर ऐसा हादसा हो सकता है तो हम किसकी सेवा करने के लिए इतना सब कुछ कर रहे हैं। अगर गवर्नमेंट हमें सपोर्ट नहीं कर सकता, अगर एक अच्छी कंडीशन सिर्फ रेस्ट के लिए भी प्रोवाइड नहीं हो सकती, जो लोग डॉक्टर 36 घंटे खड़े होकर पेशेंट्स की सेवा करते हैं उनके साथ ऐसा हादसा हुआ है तो ये पूरे देश के लिए शर्मनाक बात है।